ਸਵਾਗਤ ਹੈ ਜੀ ਤੁਹਾਡਾ ਵਰਕਸ਼ਾਪ ਕੈਲਕੂਲੇਸ਼ਨ ਐਂਡ ਸਾਇੰਸ ਵਿਸ਼ੇ ਦੀ ਟ੍ਰੇਨਿੰਗ ਦੇ ਵਿੱਚ। ਅੱਜ ਦਾ ਸਾਡਾ ਟੌਪਿਕ ਹੈ ਅਲਾਈ ਸਟੀਲ, ਮਿਸ਼ਰਤ ਸਟੀਲ। ਜਿਵੇਂ ਅਸੀਂ ਪਿਛਲੇ ਲੈਕਚਰ ਦੇ ਵਿੱਚ ਵੀ ਦੱਸਿਆ ਸੀ ਕਿ ਸਟੀਲ ਦੇ ਵਿੱਚ ਕੁਝ ਹੋਰ ਮਟੀਰੀਅਲ ਮਿਲਾ ਕੇ ਅਲਾਈ ਸਟੀਲ ਜਾਂ ਮਿਸ਼ਰਤ ਸਟੀਲ ਤਿਆਰ ਕੀਤਾ ਜਾਂਦਾ ਹੈ। ਹੋਰ ਮਟੀਰੀਅਲ ਮਿਲਾਉਣ ਦਾ ਜਿਹੜਾ ਮੰਤਵ ਹੈ ਉਹ ਇਹੀ ਹੁੰਦਾ ਵੀ ਜਿਹੜੇ ਸਟੀਲ ਦੀ ਜਿਹੜੀ ਗੁਣਵੱਤਾ ਹੈ ਵੱਖ-ਵੱਖ ਵਰਤੋਂ ਦੇ ਵਿੱਚ ਜਦੋਂ ਆਪਾਂ ਸਟੀਲ ਨੂੰ ਵਰਤਦੇ ਹਾਂ ਉਹਦੀ ਗੁਣਵੱਤਾ ਨੂੰ ਆਪਾਂ ਹੋਰ ਸੁਧਾਰ ਸਕੀਏ। ਸੋ ਆਓ ਅੱਜ ਗੱਲ ਕਰਦੇ ਹਾਂ ਆਪਾਂ ਅਲਾਈ ਸਟੀਲ ਤੇ ਮਿਸ਼ਰਤ ਸਟੀਲ ਕਿਹੜੇ ਮਟੀਰੀਅਲਸ ਮਿਲਾ ਕੇ ਤਿਆਰ ਕੀਤੇ ਜਾਂਦਾ ਹੈ ਤੇ ਕਿੱਥੇ ਉਹਦੀ ਵਰਤੋਂ ਕੀਤੀ ਜਾਂਦੀ ਹੈ। ਨੰਬਰ 1 ਤੇ ਹੈ ਜੀ ਹਾਈ ਸਪੀਡ ਸਟੀਲ। ਹਾਈ ਸਪੀਡ ਸਟੀਲ ਬਣਾਉਣ ਵਾਸਤੇ ਸਟੀਲ ਦੇ ਵਿੱਚ ਯਾਨੀ ਕਿ ਲੋਹੇ ਦੇ ਵਿੱਚ ਕਾਰਬਨ, ਟੰਗਸਟਨ, ਕ੍ਰੋਮੀਅਮ ਤੇ ਵੈਂਡੀਅਮ ਇਹ ਨਾਮ ਦੇ ਮਟੀਰੀਅਲਸ ਮਿਲਾਏ ਜਾਂਦੇ ਨੇ। ਇਹ ਮਟੀਰੀਅਲ ਮਿਲਾਉਣ ਨਾਲ ਜਿਹੜਾ ਹਾਈ ਸਪੀਡ ਸਟੀਲ ਆ ਉਹਦਾ ਇੱਕ ਖਾਸ ਗੁਣ ਜਿਹੜਾ ਉਤਪੰਨ ਹੁੰਦਾ ਵੀ ਉਹ ਘਸਦਾ ਨਹੀਂ ਹੈ। ਜਦੋਂ ਉਹ ਘਸਦਾ ਨਹੀਂ ਹੈ ਤਾਂ ਉਹਦੀ ਜਿਹੜੀ ਵਰਤੋਂ ਹੈ ਹਾਈ ਸਪੀਡ ਸਟੀਲ ਦੀ ਜਿਹੜੀ ਵਰਤੋਂ ਹੈ ਉਹ ਕਟਿੰਗ ਟੂਲ, ਡਰਿਲ ਟੂਲ ਤੇ ਲੇਥ ਮਸ਼ੀਨਾਂ ਦੇ ਟੂਲ, ਸ਼ੇਪਨਰ ਦੇ, ਪਲੇਨਰ ਦੇ ਜਿਹੜੇ ਟੂਲਸ ਹੈ ਉਹ ਹਾਈ ਸਪੀਡ ਸਟੀਲ ਦੇ ਬਣਾਏ ਜਾਂਦੇ ਆ। ਨੰਬਰ 2 ਤੇ ਹੈ ਜੀ ਨਿਕਲ ਸਟੀਲ। ਜਦੋਂ ਸਟੀਲ ਦੇ ਵਿੱਚ ਨਿਕਲ ਮਿਲਾਇਆ ਜਾਂਦਾ ਹੈ ਤਾਂ ਉਹਦੀ ਜਿਹੜੀ ਹਾਰਡਨੈਸ ਹੈ ਤੇ ਜਿਹੜੀ ਉਹਦੀ ਸਟਰੈਂਥ ਹੈ ਉਹ ਵੱਧ ਜਾਂਦੀ ਹੈ। ਸੋ 27% ਤੋਂ ਲੈ ਕੇ 36% ਤੱਕ ਜਿਹੜਾ ਨਿਕਲ ਹੈ ਉਹ ਸਟੀਲ ਦੇ ਵਿੱਚ ਮਿਲਾਇਆ ਜਾਂਦਾ ਹੈ। ਜਦੋਂ 27% ਨਿਕਲ ਸਟੀਲ ਦੇ ਵਿੱਚ ਆਪਾਂ ਮਿਲਾਉਂਦੇ ਹਾਂ ਤਾਂ ਉਹਦੇ ਵਿੱਚ ਇੱਕ ਹੋਰ ਗੁਣ ਵੀ ਉਤਪੰਨ ਹੁੰਦਾ ਹੈ ਕਿ ਉਹ ਜਿਹੜਾ ਸਟੀਲ ਹੈ ਉਹ ਨਾਨ ਮੈਗਨੈਟਿਕ ਹੋ ਜਾਂਦਾ, ਚੁੰਬਕ ਦਾ ਉਹਦੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਸੋ ਜਦੋਂ ਜਿਹੜਾ ਸਟੀਲ ਹੈ ਸਾਡਾ ਇਹ ਚੁੰਬਕ ਪ੍ਰਭਾਵ ਤੋਂ ਰਹਿਤ ਹੋ ਜਾਂਦਾ ਹੈ, ਚੁੰਬਕ ਪ੍ਰਭਾਵ ਦਾ ਇਹਦੇ ਤੇ ਕੋਈ ਅਸਰ ਨਹੀਂ ਹੁੰਦਾ, ਫਿਰ ਜਿਹੜੀ ਇਹ ਨਿਕਲ ਸਟੀਲ ਦੀ ਜਿਹੜੀ ਵਰਤੋਂ ਹੈ ਉਹ ਬਹੁਤ ਪ੍ਰਸਾਈਜ਼ ਮਾਪ ਲੈਣ ਵਾਲੇ ਜਿਹੜੇ ਟੂਲ ਆ ਉਹ ਨਿਕਲ ਸਟੀਲ ਦੇ ਬਣਾਏ ਜਾਂਦੇ ਆ। ਜਿਵੇਂ ਕਿ ਸਾਡੇ ਵਰਨੀਅਰ ਕੈਲੀਪਰ ਜਾਂ ਸਟੇਨਲੈਸ ਸਟੀਲ ਰੂਲ, ਜਿਹੜੇ ਸਾਡੇ ਸਟੀਲ ਰੂਲ ਅਸੀਂ ਬਣਾਉਂਦੇ ਆ ਉਹਨਾਂ ਦੇ ਉੱਪਰ ਚੁੰਬਕ ਦਾ ਕੋਈ ਅਸਰ ਨਹੀਂ ਹੁੰਦਾ। ਤੇ ਜਿਹੜੇ ਹੋਰ ਯੰਤਰ, ਇੰਡੀਕੇਸ਼ਨ ਯੰਤਰ ਨੇ, ਜਿੱਥੇ ਇੰਡੀਕੇਸ਼ਨ ਸਾਨੂੰ ਚਾਹੀਦੀ ਹੁੰਦੀ ਹੈ ਉਹ ਜਿਹੜੇ ਆ ਫਿਰ ਨਿਕਲ ਸਟੀਲ ਦੇ ਬਣਾਏ ਜਾਂਦੇ ਆ। ਕਿਉਂਕਿ ਜਦੋਂ ਨਿਕਲ ਸਟੀਲ ਦੇ ਬਣੇ ਹੋਏ ਯੰਤਰਾਂ ਨੂੰ ਬਿਜਲੀ ਧਾਰਾ ਨਾਲ ਜੋੜਿਆ ਜਾਂਦਾ ਹੈ ਤਾਂ ਬਿਜਲੀ ਧਾਰਾ ਦੀ ਇੱਕ ਨੈਚੁਰਲ ਪ੍ਰੋਪਰਟੀ ਹੈ, ਜਿੱਥੇ ਕਿਤੇ ਵੀ ਬਿਜਲੀ ਧਾਰਾ ਨੂੰ ਕੋਇਲ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ਤਾਂ ਉੱਥੇ ਜਿਹੜਾ ਚੁੰਬਕੀ ਪ੍ਰਭਾਵ ਹੈ ਉਹ ਪੈਦਾ ਹੁੰਦਾ ਹੈ। ਸੋ ਨਿਕਲ ਸਟੀਲ ਹੈ ਜਿਹੜਾ ਜਦੋਂ 27% ਤੱਕ ਨਿਕਲ ਸਟੀਲ ਦੇ ਵਿੱਚ ਮਿਲਾ ਕੇ ਨਿਕਲ ਸਟੀਲ ਤਿਆਰ ਕੀਤਾ ਜਾਂਦਾ ਹੈ ਤਾਂ ਫਿਰ ਉਹ ਚੁੰਬਕੀ ਪ੍ਰਭਾਵ ਤੋਂ ਰਹਿਤ ਹੋ ਜਾਂਦਾ ਹੈ ਤੇ ਸਿੱਟੇ ਵਜੋਂ ਜਿਹੜੇ ਇਹਦੇ ਨਿਕਲ ਸਟੀਲ ਦੇ ਅਸੀਂ ਜਿਹੜੇ ਮਾਪਕੀ ਯੰਤਰ ਹੈ ਉਹ ਬਣਾਉਂਦੇ ਹਾਂ। ਨੰਬਰ 3 ਤੇ ਹੈ ਜੀ ਕ੍ਰੋਮੀਅਮ ਸਟੀਲ। ਸਟੀਲ ਦੇ ਵਿੱਚ 6% ਨਿਕਲ ਤੇ 12% ਕ੍ਰੋਮੀਅਮ ਜਦੋਂ ਆਪਾਂ ਮਿਲਾ ਦਿੰਦੇ ਹਾਂ ਤਾਂ ਉਹਦੀ ਜਿਹੜੀ ਹਾਰਡਨੈਸ ਹੈ, ਸਟਰੈਂਥ ਹੈ ਤੇ ਉਹਦੀ ਟਫਨੈਸ ਹੈ ਉਹ ਵੱਧ ਜਾਂਦੀ ਹੈ। ਉਹ ਜਦੋਂ ਕਿਸੇ ਇੱਕ ਸਟੀਲ ਦੇ ਵਿੱਚ ਇਹ ਤਿੰਨੋਂ ਪ੍ਰੋਪਰਟੀਆਂ ਇਕੱਠੀਆਂ ਹੋ ਜਾਂਦੀਆਂ ਨੇ, ਹਾਰਡਨੈਸ ਵੀ ਵੱਧ ਹੋਵੇ, ਸਟਰੈਂਥ ਵੀ ਵੱਧ ਹੋਵੇ ਤੇ ਟਫਨੈਸ ਵੀ ਵੱਧ ਹੋਵੇ, ਫਿਰ ਜਿਹੜਾ ਇਹੋ ਜਿਹਾ ਜਿਹੜਾ ਸਟੀਲ ਹੈ ਉਹਨੂੰ ਆਪਾਂ ਜਿੱਥੇ ਜ਼ਿਆਦਾ ਦਬਾਅ ਅਧੀਨ ਕੰਮ ਕਰਦੇ ਆ ਜਿਹੜੇ ਯੰਤਰ ਉਹ ਬਣਾਉਣ ਦੇ ਆਪਾਂ ਵਰਤਦੇ ਹਾਂ। ਵੀ ਜਿਹੜੇ ਆਟੋਮੋਬਾਈਲ, ਜਿੰਨੇ ਵੀ ਸਾਡੇ ਆਟੋਮੋਬਾਈਲ ਨੇ, ਵਹੀਕਲ ਨੇ, ਉਹਨਾਂ ਸਾਰਿਆਂ ਦੇ ਜਿਹੜੇ ਗੀਅਰ ਹੈ ਉਹ ਕ੍ਰੋਮੀਅਮ ਸਟੀਲ ਦੇ ਬਣਾਏ ਜਾਂਦੇ। ਕ੍ਰੋਮੀਅਮ ਮਿਲਾਉਣ ਨਾਲ, ਕ੍ਰੋਮੀਅਮ 12% ਤੇ ਨਿਕਲ 6% ਮਿਲਾਉਣ ਨਾਲ ਜਿਹੜਾ ਸਾਡਾ ਕ੍ਰੋਮੀਅਮ ਸਟੀਲ ਹੈ, ਦੁਬਾਰਾ ਫਿਰ ਦੱਸ ਦਈਏ, ਉਹਦੀ ਹਾਰਡਨੈਸ, ਸਟਰੈਂਥ ਤੇ ਟਫਨੈਸ ਹੈ ਜਿਹੜੀ ਉਹ ਵੱਧ ਜਾਂਦੀ ਹੈ ਤੇ ਉਹਦੀ ਫਿਰ ਜਿਹੜੀ ਆਪਾਂ ਵਰਤੋਂ ਹੈ ਜਿਹੜੇ ਆਟੋਮੋਬਾਈਲਾਂ ਦੇ, ਵਹੀਕਲਾਂ ਦੇ ਜਿਹੜੇ ਗੀਅਰ ਹੈ ਉਹ ਬਣਾਉਣ ਲਈ ਕਰਦੇ ਹਾਂ। ਕਿਉਂਕਿ ਬੜੇ ਦਬਾਅ ਦੇ ਵਿੱਚ ਉਹ ਕੰਮ ਕਰਦੇ ਆ, ਸਪੀਡ ਘਟਦੀ ਹੈ, ਵੱਧਦੀ ਹੈ, ਇੱਕਦਮ ਗੇਅਰ ਸ਼ਿਫਟ ਹੁੰਦਾ ਹੈ ਤਾਂ ਉੱਥੇ ਉਹ ਨਾ ਹੀ ਟੁੱਟਦੇ ਆ ਤੇ ਨਾ ਹੀ ਘਸਦੇ ਆ। ਅੱਗੇ ਹੈ ਜੀ ਵੈਨੇਡੀਅਮ ਸਟੀਲ। ਸਟੀਲ ਦੇ ਵਿੱਚ ਕਾਰਬਨ ਤੇ ਵੈਨੇਡੀਅਮ ਮਿਲਾਉਣ ਨਾਲ ਇਹਦੀ ਜਿਹੜੀ ਟਫਨੈਸ ਹੈ ਉਹ ਵੱਧ ਜਾਂਦੀ ਹੈ ਤੇ ਇਹਦੇ ਫਿਰ ਜਿਹੜੇ ਵੈਨੇਡੀਅਮ ਸਟੀਲ ਦੇ ਜਿਹੜੇ ਟੂਲਸ ਹੁੰਦੇ ਨੇ, ਜਿਹੜੇ ਔਜ਼ਾਰ ਆਪਾਂ ਬਣਾਉਂਦੇ ਆ ਉਹ ਘਸਦੇ ਨਹੀਂ ਹੈ, ਬੜੀ ਜਲਦੀ ਘਸਦੇ ਨਹੀਂ ਹੈ। ਜਦੋਂ ਮੈਨੂਅਲ ਸ਼ਕਤੀ ਨਾਲ, ਮਨੁੱਖੀ ਵਸੀਲਿਆਂ ਨਾਲ ਉਹਨੂੰ ਆਪਾਂ ਯੂਜ਼ ਕਰਦੇ ਹਾਂ ਵੈਨੇਡੀਅਮ ਸਟੀਲ ਦੇ ਬਣੇ ਹੋਏ ਯੰਤਰਾਂ ਨੂੰ ਤਾਂ ਉਹ ਘਸਦੇ ਨਹੀਂ।
ਸੋ ਵੈਨੇਡੀਅਮ ਸਟੀਲ ਦੀ ਜਿਹੜੀ ਵਰਤੋਂ ਹੈ ਉਹ ਚਾਬੀਆਂ ਬਣਾਉਣ ਵਾਸਤੇ ਕੀਤੀ ਜਾਂਦੀ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਨਟ ਬੋਲਟ ਨੂੰ ਕੱਸਣ ਵਾਸਤੇ ਵੀ ਜ਼ੋਰ ਲਾਉਣਾ ਪੈਂਦਾ ਹੈ ਤੇ ਖੋਲ੍ਹਣ ਵਾਸਤੇ ਵੀ ਜ਼ੋਰ ਲਗਾਉਣਾ ਪੈਂਦਾ ਹੈ। ਤਾਂ ਸਾਡੀਆਂ ਜਿਹੜੀਆਂ ਚਾਬੀਆਂ ਹੁੰਦੀਆਂ ਨੇ ਉਹਨਾਂ ਦੇ ਜਿਹੜੇ ਐਜ ਹੈ ਉਹ ਇਹੋ ਜਿਹੇ ਹੋਣੇ ਚਾਹੀਦੇ ਆ ਵੀ ਉਹ ਬਲ ਲਾਉਣ ਤੋਂ ਕੱਸਣੇ ਨਹੀਂ ਚਾਹੀਦੇ। ਸੋ ਵੈਨੇਡੀਅਮ ਸਟੀਲ ਹੈ ਜਿਹੜਾ ਉਹ ਚਾਬੀਆਂ ਬਣਾਉਣ ਲਈ ਵਰਤਿਆ ਜਾਂਦਾ। ਅੱਗੇ ਹੈ ਜੀ ਕੋਬਾਲਟ ਸਟੀਲ। ਹਾਈ ਸਪੀਡ ਦੇ ਵਿੱਚ ਜਦੋਂ 30% ਤੱਕ ਆਪਾਂ ਕੋਬਾਲਟ ਮਿਲਾਉਂਦੇ ਆ ਤਾਂ ਇੱਕ ਵਿਲੱਖਣ ਗੁਣ ਹੈ ਜਿਹੜਾ ਉਹ ਸਟੀਲ ਦੇ ਵਿੱਚ ਪੈਦਾ ਹੋ ਜਾਂਦਾ ਹੈ ਕਿ ਇਹ ਸਥਾਈ ਚੁੰਬਕ ਬਣਨ ਦੇ ਯੋਗ ਹੋ ਜਾਂਦਾ ਹੈ। ਸਟੀਲ ਦੇ ਵਿੱਚ ਜਦੋਂ ਆਪਾਂ 30% ਤੱਕ ਕੋਬਾਲਟ ਮਿਲਾ ਦਿੰਦੇ ਆ ਤਾਂ ਜਿਹੜਾ ਸਟੀਲ ਦਾ ਮੈਗਨੈਟਿਕ ਜਿਹੜਾ ਗੁਣ ਹੈ ਉਹ ਉੱਭਰ ਕੇ ਬਾਹਰ ਆਉਂਦਾ ਹੈ। 30% ਕੋਬਾਲਟ ਮਿਲਾਉਣ ਤੋਂ ਬਾਅਦ ਜਿਹੜਾ ਸਟੀਲ ਹੈ ਉਹ ਸਥਾਈ ਚੁੰਬਕ ਬਣਨ ਦੇ ਯੋਗ ਹੋ ਜਾਂਦਾ ਹੈ। ਸੋ ਜਿੱਥੇ ਕਿਤੇ ਵੀ ਸਾਨੂੰ ਵੱਡੀ ਸਟਰੈਂਥ ਦੇ ਹਾਈ ਸਟਰੈਂਥ ਦੇ ਚੁੰਬਕ ਚਾਹੀਦੇ ਹੈ, ਜਿਵੇਂ ਰੇਲ ਕੋਚ ਫੈਕਟਰੀ ਵਗੈਰਾ ਦੇ ਵਿੱਚ ਬੜੇ ਕੰਮ ਕਰਨ ਵਾਸਤੇ ਸਾਨੂੰ ਹਾਈ ਸਟਰੈਂਥ ਚੁੰਬਕਾਂ ਦੀ ਲੋੜ ਹੁੰਦੀ ਹੈ, ਜਾਂ ਹੋਰ ਕਈ ਉਦਯੋਗਾਂ ਦੇ ਵਿੱਚ ਜਿੱਥੇ ਜ਼ਿਆਦਾ ਸ਼ਕਤੀਸ਼ਾਲੀ ਸਾਨੂੰ ਚੁੰਬਕਾਂ ਦੀ ਲੋੜ ਹੁੰਦੀ ਹੈ ਤਾਂ ਉੱਥੇ ਅਸੀਂ ਸਟੀਲ ਦੇ ਵਿੱਚ 30% ਕੋਬਾਲਟ ਮਿਲਾ ਕੇ ਉਹਦੇ ਵਿੱਚ ਜਿਹੜਾ ਚੁੰਬਕ ਦਾ ਜਿਹੜਾ ਗੁਣ ਹੈ ਉਹ ਆ ਜਾਂਦਾ ਤੇ ਉਹਦੀ ਜਿਹੜੀ ਵਰਤੋਂ ਹੈ ਉੱਥੇ ਅਸੀਂ ਕਰਦੇ ਹਾਂ। ਅੱਗੇ ਹੈ ਜੀ ਸਪਰਿੰਗ ਸਟੀਲ। ਸਪਰਿੰਗ ਸਟੀਲ ਉਦੋਂ ਬਣਦਾ ਜਦੋਂ ਸਟੀਲ ਦੇ ਵਿੱਚ 0.3 ਤੋਂ 0.4 ਤੱਕ ਕਾਰਬਨ ਹੋਵੇ ਤੇ 8% ਹੋਵੇ ਕ੍ਰੋਮੀਅਮ, 7% ਹੋਵੇ ਮੈਂਗਨੀਜ਼ ਤੇ 2% ਹੋਵੇ ਸਿਲੀਕੌਨ। ਜਦੋਂ ਸਟੀਲ ਦੇ ਵਿੱਚ ਇਹਨਾਂ ਮਟੀਰੀਅਲਸ ਨੂੰ ਇਸ ਮਾਤਰਾ ਦੇ ਵਿੱਚ ਮਿਲਾਇਆ ਜਾਂਦਾ ਹੈ ਤਾਂ ਉਹਦੇ ਵਿੱਚ ਇਲਾਸਟਿਸਿਟੀ ਲੱਭਣ ਦੀ ਜਿਹੜੀ ਇੱਕ ਗੁਣ ਹੈ ਉਹ ਪੈਦਾ ਹੋ ਜਾਂਦਾ ਹੈ। ਤਾਂ ਨਤੀਜੇ ਵਜੋਂ ਜਿਹੜਾ ਸਪਰਿੰਗ ਸਟੀਲ ਹੈ ਉਹਦੀ ਵਰਤੋਂ ਅਸੀਂ ਸਪਰਿੰਗ ਬਣਾਉਣ ਵਾਸਤੇ ਕਰਦੇ ਹਾਂ। ਜਿੱਥੇ ਕਿਤੇ ਵੀ ਉਦਯੋਗਾਂ ਦੇ ਵਿੱਚ ਜਾਂ ਕਿਸੇ ਵੀ ਇੰਜੀਨੀਅਰਿੰਗ ਕੰਮ ਦੇ ਵਿੱਚ ਸਾਨੂੰ ਸਪਰਿੰਗ ਦੀ ਲੋੜ ਪੈਂਦੀ ਹੈ ਤਾਂ ਉੱਥੇ ਅਸੀਂ ਸਪਰਿੰਗ ਸਟੀਲ ਜਿਹਦੇ ਵਿੱਚ 0.3% ਤੋਂ ਲੈ ਕੇ 0% 4% ਤੱਕ ਕਾਰਬਨ ਹੁੰਦਾ ਹੈ ਤੇ 8% ਕ੍ਰੋਮੀਅਮ ਹੁੰਦਾ ਹੈ, 7% ਮੈਂਗਨੀਜ਼ ਤੇ 2% ਸਿਲੀਕੌਨ ਪਾਇਆ ਹੁੰਦਾ ਤਾਂ ਜਿਹੜਾ ਇਹ ਸਟੀਲ ਹੈ ਇਹਦੇ ਵਿੱਚ ਸਪਰਿੰਗ ਬਣਾਉਣ ਦੇ ਜਿਹੜੇ ਗੁਣ ਨੇ ਸਾਨੂੰ ਚਾਹੀਦੇ ਆ ਉਹ ਪੈਦਾ ਹੋ ਜਾਂਦੇ ਆ। ਸੋ ਜਿਹੜਾ ਸਪਰਿੰਗ ਸਟੀਲ ਹੈ ਇਹ ਸਪਰਿੰਗ ਬਣਾਉਣ ਲਈ ਵਰਤਿਆ ਜਾਂਦਾ। ਅੱਗੇ ਹੈ ਜੀ ਟੰਗਸਟਨ ਸਟੀਲ। ਸਟੀਲ ਦੇ ਵਿੱਚ ਟੰਗਸਟਨ ਮਿਲਾਉਣ ਨਾਲ ਉਹਦੀ ਜਿਹੜੀ ਹਾਰਡਨੈਸ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਜੇਕਰ 20% ਤੱਕ ਜਿਹੜੀ ਟੰਗਸਟਨ ਧਾਤ ਹੈ ਇਹ ਸਟੀਲ ਦੇ ਵਿੱਚ ਮਿਲਾਈ ਜਾਵੇ ਤਾਂ ਉਹਦੇ ਜਿਹੜੇ ਕਟਿੰਗ ਟੂਲਸ ਨੇ, ਜਿਹੜੇ ਸਟੀਲ ਕਟਿੰਗ ਟੂਲਸ ਆ ਜਿਹੜੇ ਉਹ ਬਣਦੇ ਆ ਜਿਹੜੇ ਕਿ ਘਸਦੇ ਨਹੀਂ ਹੈਗੇ, ਟੁੱਟਦੇ ਨਹੀਂ ਹੈਗੇ ਤੇ ਉਦਯੋਗਾਂ ਜਾਂ ਇੰਜੀਨੀਅਰਿੰਗ ਕੰਮਾਂ ਦੇ ਵਿੱਚ ਵਰਤੇ ਜਾਂਦੇ ਆ। ਅੱਗੇ ਹੈ ਜੀ ਮੈਂਗਨੀਜ਼ ਸਟੀਲ। ਮੈਂਗਨੀਜ਼ ਜਦੋਂ ਮਿਲਾਇਆ ਜਾਂਦਾ ਸਟੀਲ ਦੇ ਵਿੱਚ 15% ਤੱਕ ਜਿਹੜਾ ਸਟੀਲ ਦੇ ਵਿੱਚ ਜਦੋਂ ਮੈਂਗਨੀਜ਼ ਮਿਲਾਇਆ ਜਾਂਦਾ ਤਾਂ ਇਹਦੀ ਜਿਹੜੀ ਇੱਕ ਅਦਭੁਤ ਕੁਆਲਿਟੀ ਹੈ ਜਿਹੜੀ ਉਹ ਹਾਰਡਨੈਸ ਦੀ ਪੂਰੀ ਸਟਰੋਂਗ ਜਿਹੜੀ ਹਾਰਡਨੈਸ ਹੈ ਉਹ ਸਟੀਲ ਦੇ ਵਿੱਚ ਆ ਜਾਂਦੀ ਹੈ। ਫਿਰ ਜਿਹੜਾ ਇਹ ਮੈਂਗਨੀਜ਼ ਸਟੀਲ ਹੁੰਦਾ ਹੈ ਨਾ ਇਹਦੇ ਉੱਪਰ ਕੋਈ ਮਸ਼ੀਨ ਕੰਮ ਕਰਦੀ ਹੈ ਨਾ ਹੀ ਕੋਈ ਛੋਟੇ-ਮੋਟੇ ਬਹੁਤ ਭਾਰੀ ਦਬਾਅ ਦਾ ਵੀ ਕੋਈ ਅਸਰ ਨਹੀਂ ਹੁੰਦਾ। ਤਾਂ ਜਿਹੜਾ ਮੈਂਗਨੀਜ਼ ਸਟੀਲ ਹੈ ਇਹਦੀ ਮੁੱਖ ਵਰਤੋਂ ਹੈ ਜਿਹੜੀ ਅਸੀਂ ਉਹ ਰੇਲ ਦੀਆਂ ਪਟੜੀਆਂ ਤੇ ਕਮਾਨੀਆਂ ਤੇ ਰੋਲਿੰਗ ਮਸ਼ੀਨਾਂ ਬਣਾਉਣ ਵਾਸਤੇ ਕੰਮ ਕਰਦੇ ਹਾਂ। ਇੱਥੇ ਦੁਬਾਰਾ ਫਿਰ ਦੱਸ ਦਈਏ ਕਿ ਜਦੋਂ ਸਟੀਲ ਦੇ ਵਿੱਚ 15% ਮੈਂਗਨੀਜ਼ ਜਿਹੜਾ ਮਿਲਾਇਆ ਜਾਂਦਾ ਹੈ ਤਾਂ ਇਹ ਸਟੀਲ ਇੰਨਾ ਹਾਰਡ ਹੋ ਜਾਂਦਾ ਹੈ ਕਿ ਇਹਦੇ ਉੱਪਰ ਕੋਈ ਮਸ਼ੀਨਿੰਗ ਨਹੀਂ ਹੁੰਦੀ, ਕਿਸੇ ਤਰ੍ਹਾਂ ਦਾ ਇਹਨੂੰ ਕੱਟ ਨਹੀਂ ਪੈਂਦਾ, ਕਿਸੇ ਤਰ੍ਹਾਂ ਦਾ ਇਹਦੇ ਵਿੱਚ ਹੋਰ ਕੋਈ ਇਹਨੂੰ ਕੁੱਟ ਕੇ ਇਹਨੂੰ ਆਪਾਂ ਤੋੜ ਨਹੀਂ ਸਕਦੇ ਜਾਂ ਇਹਨੂੰ ਕਿਸੇ ਵੀ ਤਰੀਕੇ ਟੈਂਪਰੇਚਰ ਵਗੈਰਾ ਜਾਂ ਭਾਰੀ ਦਬਾਅ ਦਾ ਇਹਦੇ 'ਤੇ ਅਸਰ ਹੈ ਜਿਹੜਾ ਉਹ ਨਾਮਾਤਰ ਹੋ ਜਾਂਦਾ। ਸੋ ਜਿਹੜੀਆਂ ਰੇਲ ਦੀਆਂ ਪਟੜੀਆਂ, ਕਮਾਨੀਆਂ ਤੇ ਜਿਹੜੀਆਂ ਰੋਲਿੰਗ ਮਸ਼ੀਨਾਂ ਇਹ ਸਾਰੀਆਂ ਮੈਂਗਨੀਜ਼ ਸਟੀਲ ਦੀਆਂ ਬਣਦੀਆਂ ਨੇ। ਆਪਾਂ ਦੁਬਾਰਾ ਫਿਰ ਸਮ ਅਪ ਕਰ ਲਈਏ ਕਿ ਮਿਸ਼ਰਤ ਸਟੀਲ, ਅਲੋਏ ਸਟੀਲ ਹੈ ਜਿਹੜੇ ਇਹ ਤਿਆਰ ਕੀਤੇ ਜਾਂਦੇ ਆ ਸਟੀਲ ਦੇ ਗੁਣਾਂ ਦੇ ਵਿੱਚ ਸੁਧਾਰ ਲਿਆਉਣ ਵਾਸਤੇ ਤਾਂ ਜੋ ਇੰਜੀਨੀਅਰਿੰਗ ਕੰਮਾਂ ਦੇ ਵਿੱਚ ਜਦੋਂ ਆਪਾਂ ਸਟੀਲ ਨੂੰ ਵਰਤੀਏ ਲੋੜ ਅਨੁਸਾਰ ਤਾਂ ਉਹਦੇ ਜਿਹੜੇ ਗੁਣ ਹੈ ਉਹ ਹੋਰ ਵੀ ਜਿਹੜੇ ਉਹ ਜ਼ਿਆਦਾ ਮਤਲਬ ਵੀ ਲਾਹੇਵੰਦ ਜਿਹੜਾ ਇੰਜੀਨੀਅਰਿੰਗ ਫੀਲਡ ਦੇ ਵਿੱਚ ਹੋਵੇ। ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਹਾਈ ਸਪੀਡ ਸਟੀਲ ਦੀ। ਹਾਈ ਸਪੀਡ ਸਟੀਲ ਹੈ ਜਿਹੜਾ ਇਹ ਘੁਰਦਾ ਨਹੀਂ ਹੈ, ਇਹਦੇ ਕਟਾਈ ਟੂਲ ਬਣਦੇ ਆ, ਡਰਿਲ, ਕਟਰ, ਲੇਥ, ਸ਼ੇਪਨਰ, ਪਲੈਨਰ, ਇਹ ਸਾਰੇ ਜਿਹੜੇ ਹਾਈ ਸਪੀਡ ਦੇ ਹੁੰਦੇ ਆ। ਇਹਦੇ ਵਿੱਚ ਕਾਰਬਨ, ਟੰਗਸਟਨ, ਕ੍ਰੋਮੀਅਮ, ਬੈਂਡੇਰਮ ਇਹ ਸਾਰੇ ਮਿਲਾਏ ਜਾਂਦੇ ਆ।
ਨੰਬਰ 2 ਤੇ ਸੀ ਆਪਣਾ ਨਿਕਲ ਸਟੀਲ। ਸਟੀਲ ਦੇ ਵਿੱਚ ਜਦੋਂ ਆਪਾਂ ਨਿਕਲ ਮਿਲਾ ਦਿੰਦੇ ਹਾਂ ਤਾਂ ਉਹਦੀ ਜਿਹੜੀ ਹਾਰਡਨੈਸ ਤੇ ਸਟਰੈਂਥ ਵੱਧ ਜਾਂਦੀ ਹੈ। ਉਸ ਤੋਂ ਅੱਗੇ ਸੀਗਾ ਕ੍ਰੋਮੀਅਮ ਸਟੀਲ। ਕ੍ਰੋਮੀਅਮ ਮਿਲਾਉਂਦੇ ਹਾਂ ਜਦੋਂ ਆਪਾਂ ਸਟੀਲ ਦੇ ਵਿੱਚ ਤਾਂ ਉਹਦੀ ਹਾਰਡਨੈਸ, ਸਟਰੈਂਥ ਤੇ ਟਫਨੈਸ ਤਿੰਨੋਂ ਹੀ ਵੱਧ ਜਾਂਦੀਆਂ ਨੇ। 6% ਨਿਕਲ ਤੇ 12% ਕ੍ਰੋਮੀਅਮ ਮਿਲਾ ਕੇ ਇਹ ਨਾਨ ਮੈਗਨੈਟਿਕ ਹੋ ਜਾਂਦਾ ਹੈ। ਤੇ ਨਾਨ ਮੈਗਨੈਟਿਕ ਜਿਹੜਾ ਗੁਣ ਹੈ ਇਹਦੇ ਕਰਕੇ ਇਹਦੇ ਜਿਹੜੇ ਚੁੰਬਕੀ ਖੇਤਰ ਵਿੱਚ ਵਰਤੇ ਜਾਂਦੇ ਆ ਮਾਪਕੀ ਯੰਤਰ, ਉਹ ਆ ਜਿਹੜੇ ਕ੍ਰੋਮੀਅਮ ਸਟੀਲ ਦੇ ਬਣਦੇ ਆ। ਵੈਨੇਡੀਅਮ ਸਟੀਲ, ਇਹ ਜਦੋਂ ਸਟੀਲ ਦੇ ਵਿੱਚ ਵੈਨੇਡੀਅਮ ਮਿਲਾਇਆ ਜਾਂਦਾ ਤਾਂ ਇਹਦੀ ਟਫਨੈਸ ਵੱਧ ਜਾਂਦੀ ਹੈ। ਇਹ ਘਸਦਾ ਨਹੀਂ ਹੈ, ਇਹਦੀ ਧਾਰ ਹੈ ਜਿਹੜੀ ਉਹ ਬਰਕਰਾਰ ਰਹਿੰਦੀ ਹੈ। ਤਾਂ ਜਿਹੜੀਆਂ ਚਾਬੀਆਂ ਨੇ, ਜਿਹੜੇ ਸਾਡੀਆਂ ਜਿੰਨੇ ਵੀ ਨਟ ਬੋਲਟ ਖੋਲ੍ਹਣ ਤੇ ਕੱਸਣ ਵਾਲੀਆਂ ਜਿੰਨੀਆਂ ਚਾਬੀਆਂ ਉਹ ਸਾਰੀਆਂ ਵੈਨੇਡੀਅਮ ਸਟੀਲ ਦੀਆਂ ਬਣਦੀਆਂ। ਕੋਬਾਲਟ ਸਟੀਲ ਹੈ ਜਿਹੜਾ, ਜਦੋਂ ਸਟੀਲ ਦੇ ਵਿੱਚ ਆਪਾਂ ਕੋਬਾਲਟ ਮਿਲਾ ਦਿੰਦੇ ਹਾਂ ਤਾਂ ਇਹਦੀ ਜਿਹੜੀ ਘਸਦਾ ਨਹੀਂ ਹੈ, ਇਹਦੀ ਜਿਹੜੀ ਸਥਾਈ ਚੁੰਬਕ, ਆਪਣੇ ਆਪ ਨੂੰ ਸਥਾਈ ਚੁੰਬਕ ਬਣਾਉਣ ਦੀ ਜਿਹੜੇ ਗੁਣ ਹੈ ਉਹ ਵੀ ਇਹਦੇ ਵਿੱਚ ਆ ਜਾਂਦਾ ਹੈ। ਸੋ ਵੱਡੇ ਵੱਡੇ ਕਾਰਖਾਨਿਆਂ ਦੇ ਵਿੱਚ ਜਿੱਥੇ ਸਥਾਈ ਚੁੰਬਕਾਂ ਦੀ ਲੋੜ ਹੁੰਦੀ ਆ ਉੱਥੇ ਸਟੀਲ ਦੇ ਵਿੱਚ ਜਿਹੜਾ 30% ਹੈ ਉਹ ਕੋਬਾਲਟ ਮਿਲਾ ਕੇ ਉਹਨੂੰ ਵਰਤਿਆ ਜਾਂਦਾ ਹੈ। ਸਪਰਿੰਗ ਸਟੀਲ, ਇਹਦੇ ਵਿੱਚ 0.3% ਤੋਂ 0.4% ਤੱਕ ਕਾਰਬਨ ਤੇ 8% ਕ੍ਰੋਮੀਅਮ ਤੇ 7% ਮੈਂਗਨੀਜ਼, 2% ਸਿਲੀਕੋਨ ਮਿਲਾ ਕੇ ਸਪਰਿੰਗ ਸਟੀਲ ਹੈ ਜਿਹੜਾ ਉਹ ਸਪਰਿੰਗ ਆਦਿ ਬਣਾਉਣ ਲਈ ਵਰਤਿਆ ਜਾਂਦਾ ਹੈ। ਟੰਗਸਟਨ ਸਟੀਲ, ਟੰਗਸਟਨ ਜਦੋਂ ਮਿਲਾਈ ਜਾਂਦੀ ਹੈ ਸਟੀਲ ਦੇ ਵਿੱਚ 20% ਤੱਕ ਤਾਂ ਇਹਦੀ ਜਿਹੜੀ ਹਾਰਡਨੈਸ ਵੱਧ ਜਾਂਦੀ ਹੈ ਤੇ ਇਹਦੇ ਜਿਹੜੇ ਸਟੀਲ ਦੇ ਕਟਿੰਗ ਟੂਲ ਹੈ ਜਿਹੜੇ ਉਹ ਬਣਾਉਣ ਵਾਸਤੇ ਟੰਗਸਟਨ ਸਟੀਲ ਵਰਤਿਆ ਜਾਂਦਾ ਹੈ। ਅਖੀਰ ਤੇ ਆਪਾਂ ਪੜ੍ਹਿਆ ਸੀ ਮੈਂਗਨੀਜ਼ ਸਟੀਲ। ਜਦੋਂ ਸਟੀਲ ਦੇ ਵਿੱਚ 15% ਤੱਕ ਮੈਂਗਨੀਜ਼ ਪਾਇਆ ਜਾਂਦਾ ਹੈ ਤਾਂ ਇਹਦੀ ਜਿਹੜੀ ਹਾਰਡਨੈਸ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਉਹਦੇ ਕਿਸੇ ਵੀ ਦਬਾਅ ਦਾ, ਕਿਸੇ ਬਾਹਰੀ ਬਲ ਦਾ ਤੇ ਕਿਸੇ ਮਸ਼ੀਨ ਦਾ ਕੋਈ ਅਸਰ ਨਹੀਂ ਹੁੰਦਾ। ਇਹ ਇਸ ਸ਼ਕਤੀ ਕਰਕੇ ਇਹਦੇ ਜਿਹੜੇ ਰੇਲ ਦੀਆਂ ਪਟੜੀਆਂ, ਕਮਾਣੀਆਂ ਤੇ ਰੋਲਿੰਗ ਮਸ਼ੀਨਾਂ ਦੇ ਜਿਹੜੇ ਰੋਲਰ ਆ ਉਹ ਮੈਂਗਨੀਜ਼ ਸਟੀਲ ਦੇ ਬਣਾਏ ਜਾਂਦੇ ਆ। ਇੱਥੇ ਆਪਣਾ ਜਿਹੜਾ ਇਹ ਮਟੀਰੀਅਲ ਸਾਇੰਸ ਦਾ ਜਿਹੜਾ ਪਾਰਟ 1 ਹੈ, ਜਿਹਦੇ ਵਿੱਚ ਆਪਾਂ ਫੈਰਸ ਮੈਟਲ ਲੋਹ ਧਾਤੂਆਂ ਬਾਰੇ ਪੜ੍ਹਿਆ, ਉਹ ਇੱਥੇ ਹੀ ਸਮਾਪਤ ਹੁੰਦਾ ਹੈ। ਅੱਗੇ ਆਪਾਂ ਸ਼ੁਰੂ ਕਰਾਂਗੇ ਮਟੀਰੀਅਲ ਸਾਇੰਸ ਪਾਰਟ 2 ਨਾਨ ਫੈਰਸ ਮੈਟਲ, ਜਿਹਦੇ ਵਿੱਚ ਆਪਾਂ ਲੋਹ ਧਾਤੂਆਂ ਬਾਰੇ ਪੜ੍ਹਾਂਗੇ। ਧੰਨਵਾਦ।